ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 15 ਤੋਂ ਵੈਕਸੀਨੇਟਿਡ ਡਰਾਈਵਰ ਹੀ ਟੱਪ ਸਕਣਗੇ ਕੈਨੇਡਾ ਦੀ ਸਰਹੱਦ। ਅਮਰੀਕਾ ਨੇ ਯੂਕਰੇਨ ਨੂੰ ਲੈ ਕੇ ਰੂਸ ਨੂੰ ਦਿੱਤੀ ਸਖਤ ਚੇਤਾਵਨੀ। ਨਿਊਯਾਰਕ ਦੇ ਅਪਾਰਟਮੈਂਟ ਵਿੱਚ ਭਿਆਨਕ ਅੱਗ, 9 ਬੱਚਿਆਂ ਸਣੇ 19 ਲੋਕਾਂ ਦੀ ਮੌਤ। ਮੇਅਰ ਨੇ ਜਤਾਇਆ ਦੁੱਖ। ਸਿੱਖ ਕੈਬ ਡਰਾਈਵਰ ਤੇ ਹਮਲੇ ਦਾ ਮਾਮਲਾ, ਅਮਰੀਕਾ ਦਾ ਬਿਆਨ ਆਇਆ ਸਾਹਮਣੇ। ਨਿਊਯਾਰਕ ਵਿੱਚ ਗੈਰ ਨਾਗਰਿਕਾਂ ਲਈ ਵੱਡਾ ਐਲਾਨ, ਮਿਲਿਆ ਵੋਟ ਪਾਉਣ ਦਾ ਅਧਿਕਾਰ। ਅਮਰੀਕਾ 'ਚ ਕਰੋਨਾ ਮਹਾਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਹੋਇਆ ਵਾਧਾ। ਸਿਆਟਲ ਨੇੜੇ ਲਿਵਨਵਰਥ ਸ਼ਹਿਰ ਭਾਰੀ ਬਰਫ਼ਬਾਰੀ ਵਿੱਚ ਦੱਬਿਆ, ਫੌਜ ਨੂੰ ਪਿਆ ਬੁਲਾਉਣਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਆਲੋਚਕਾਂ ਦੇ ਵੱਧਦੇ ਦਬਾਅ ਦੇ ਬਾਵਜੂਦ ਕੈਨੇਡਾ ਸਰਕਾਰ ਟਰੱਕ ਡਰਾਈਵਰਾਂ ਲਈ ਵੈਕਸੀਨ ਲਾਜ਼ਮੀ ਕਰਨ ਜਾ ਰਹੀ ਹੈ। 15 ਜਨਵਰੀ ਤੋਂ ਵਿਦੇਸ਼ੀ ਟਰੱਕ ਡਰਾਈਵਰਾਂ ਹੀ ਕੈਨੇਡਾ ਦੀ ਸਰਹੱਦ ਤੇ ਦਾਖਲ ਹੋ ਸਕੇਗਾ, ਜਿਸ ਤੇ ਕਰੋਨਾ ਵੈਕਸੀਨ ਲੱਗੀ ਹੋਏਗੀ। ਅਨਵੈਕਸੀਨੇਟਡ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਾਪਸ ਮੋੜ ਦਿੱਤਾ ਜਾਏਗਾ। ਹਾਲਾਂਕਿ ਅਨਵੈਕਸੀਨੇਟਡ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਹੋਏਗੀ, ਪਰ ਉਸ ਨੂੰ 14 ਦਿਨਾਂ ਲਈ ਕੁਆਰੰਟਾਈਨ ਰੱਖਿਆ ਜਾਏਗਾ। ਕੈਨੇਡਾ ਦੀ ਵਿਰੋਧੀ ਧਿਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਟਰੱਕ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੇ ਟਰੱਕਿੰਗ ਜਗਤ ਨੂੰ ਇਸ ਨਾਲ ਦਿੱਕਤ ਆਏਗੀ ਤੇ ਇਸ ਨਾਲ ਟਰੱਕ ਡਰਾਈਵਰਾਂ ਦੀ ਹੋਰ ਕਮੀ ਆ ਸਕਦੀ ਹੈ। ਅਮਰੀਕਾ ਵਿੱਚ ਜੋ ਬਾਈਡਨ ਪ੍ਰਸ਼ਾਸਨ ਨੇ ਰੂਸ ਨੂੰ ਨਵੀਂ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਉਸ ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਅਮਰੀਕੀ ਅਧਿਕਾਰੀਆਂ ਨੇ ਯੂਰਪ ਵਿੱਚ ਅਮਰੀਕਾ ਦੀ ਭਵਿੱਖ ਦੀ ਰਣਨੀਤੀ ਦੀ ਸਥਿਤੀ ਬਾਰੇ ਫੈਸਲਿਆਂ ਵਿੱਚ ਲਗਾਤਾਰ ਤਬਦੀਲੀ ਦੀ ਸੰਭਾਵਨਾ ਜਤਾਈ ਹੈ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ਵਿੱਚ ਦਖਲ ਦਿੱਤਾ ਤਾਂ ਉਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਏਗਾ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਯੂਕਰੇਨ ਵਿੱਚ ਸੰਭਾਵਤ ਭਵਿੱਖ ਵਿੱਚ ਮਿਜ਼ਾਈਲਾਂ ਦੀ ਤਾਇਨਾਤੀ ਨੂੰ ਘਟਾਉਣ ਅਤੇ ਪੂਰਬੀ ਯੂਰਪ ਵਿੱਚ ਅਮਰੀਕੀ ਅਤੇ ਨਾਟੋ ਫੌਜੀ ਅਭਿਆਸਾਂ ਨੂੰ ਸੀਮਤ ਕਰਨ ਲਈ ਰੂਸ ਨਾਲ ਗੱਲਬਾਤ ਲਈ ਖੁੱਲ੍ਹਾ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਵਿੱਚ ਦਖਲ ਦੇਣ ਤੇ ਰੂਸ ਨੂੰ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪਏਗਾ। ਇਨ੍ਹਾਂ ਵਿੱਚ ਰੂਸੀ ਸੰਸਥਾਵਾਂ ਤੇ ਸਿੱਧੀਆਂ ਪਾਬੰਦੀਆਂ ਦੇ ਨਾਲ-ਨਾਲ ਅਮਰੀਕਾ ਤੋਂ ਰੂਸ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਉਤਪਾਦਾਂ ਅਤੇ ਵਿਦੇਸ਼ੀ ਉਤਪਾਦਾਂ ਤੇ ਮਹੱਤਵਪੂਰਨ ਪਾਬੰਦੀਆਂ ਸ਼ਾਮਲ ਹੋ ਸਕਦੀਆਂ ਨੇ, ਜੋ ਸੰਭਾਵਿਤ ਤੌਰ ਤੇ ਅਮਰੀਕਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਨੇ। ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਯੂਕਰੇਨ ਨੂੰ ਲੈ ਕੇ ਵੱਧਦੇ ਤਣਾਅ ਦਰਮਿਆਨ ਅਮਰੀਕਾ ਅਤੇ ਰੂਸ ਦੇ ਸੀਨੀਅਰ ਅਧਿਕਾਰੀ ਸੋਮਵਾਰ ਨੂੰ ਸਵਿਟਜ਼ਰਲੈਂਡ ਵਿੱਚ ਮੁਲਾਕਾਤ ਕਰਨ ਵਾਲੇ ਨੇ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਉਨ੍ਹਾਂ ਵਾਰਤਾਵਾਂ ਵਿੱਚ ਆਪਣੇ ਯੂਰਪੀ ਸੁਰੱਖਿਆ ਰੁਖ ਦੇ ਕੁਝ ਸੀਮਤ ਪਹਿਲੂਆਂ ਤੇ ਚਰਚਾ ਕਰਨ ਲਈ ਤਿਆਰ ਨੇ। ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਅਮਰੀਕਾ ਪੂਰਬੀ ਯੂਰਪ ਵਿੱਚ ਆਪਣੀ ਫੌਜੀ ਮੌਜੂਦਗੀ ਜਾਂ ਹਥਿਆਰਾਂ ਨੂੰ ਘੱਟ ਕਰੇਗਾ, ਜਿਵੇਂ ਕਿ ਰੂਸ ਦੀ ਮੰਗ ਹੈ। ਊਰਜਾ ਅਤੇ ਖਪਤਕਾਰ ਵਸਤਾਂ ਤੇ ਪਾਬੰਦੀਆਂ ਤੋਂ ਇਲਾਵਾ ਸੰਯੁਕਤ ਰਾਜ ਅਤੇ ਇਸ ਦੇ ਸਹਿਯੋਗੀ ਅਮਰੀਕੀ ਉਪਕਰਣਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਤੇ ਇਲੈਕਟ੍ਰੋਨਿਕ ਪਾਰਟਸ, ਸਾਫਟਵੇਅਰ ਅਤੇ ਸੰਬੰਧਿਤ ਟੈਕਨੋਲੋਜੀ ਦੇ ਰੂਸ ਨੂੰ ਨਿਰਧਾਰਤ ਨਿਰਯਾਤ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰ ਰਹੇ ਨੇ। ਅਧਿਕਾਰੀਆਂ ਨੇ ਕਿਹਾ ਕਿ ਨਿਰਯਾਤ ਨਿਯੰਤਰਣ ਦੇ ਉਦੇਸ਼ਾਂ ਲਈ ਕਿਊਬਾ, ਈਰਾਨ, ਉੱਤਰੀ ਕੋਰੀਆ ਅਤੇ ਸੀਰੀਆ ਦੇ ਨਾਲ ਰੂਸ ਨੂੰ ਪਾਬੰਦੀਆਂ ਦੇ ਸਮੂਹ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੋਏਗਾ ਕਿ ਇਸ ਖੇਤਰ ਵਿੱਚ ਸਾਫਟਵੇਅਰ ਟੈਕਨੋਲੋਜੀ ਅਤੇ ਸਾਜ਼ੋ ਸਮਾਨ ਵਿੱਚ ਅਮਰੀਕਾ ਦੇ ਗਲੋਬਲ ਦਬਦਬੇ ਕਾਰਨ ਰੂਸ ਦੀ ਏਕੀਕ੍ਰਿਤ ਸਰਕਟਾਂ ਅਤੇ ਏਕੀਕ੍ਰਿਤ ਸਰਕਟ ਉਤਪਾਦਾਂ ਨੂੰ ਹਾਸਲ ਕਰਨ ਦੀ ਸਮਰੱਥਾ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏਗੀ। ਨਿਊਯਾਰਕ ਸ਼ਹਿਰ ਦੇ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ 9 ਬੱਚਿਆਂ ਸਣੇ 19 ਲੋਕਾਂ ਦੀ ਮੌਤ ਹੋ ਗਈ ਹੈ। ਨਿਊਯਾਰਕ ਦੇ ਬ੍ਰੌਂਕਸ ਅਪਾਰਟਮੈਂਟ ਵਿੱਚ ਹੋਏ ਭਿਆਨਕ ਹਾਦਸੇ ਵਿੱਚ ਲਗਭਗ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ 5 ਅਲੱਗ-ਅਲੱਗ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜ਼ਖਮੀ ਹੋਏ ਲੋਕਾਂ ਵਿੱਚ ਦਰਜਨ ਦੀ ਹਾਲਤ ਗੰਭੀਰ ਹੈ। ਫਾਇਰ ਡਿਪਾਰਟਮੈਂਟ ਦੇ ਕਮਿਸ਼ਨਰ ਡੈਨੀਅਲ ਨੀਗਰੋ ਦੇ ਅਨੁਸਾਰ ਇਹ ਹਾਦਸਾ ਐਤਵਾਰ ਸਵੇਰੇ ਤਕਰੀਬਨ 11 ਵਜੇ ਦਾ ਹੈ। ਇੰਨੀ ਭਿਆਨਕ ਅੱਗ ਕਿਵੇਂ ਲੱਗੀ ਹੈ, ਇਸ ਗੱਲ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ, ਲੇਕਿਨ ਨਿਊਯਾਰਕ ਸ਼ਹਿਰ ਦੀ ਮੇਅਰ ਐਰਿਕ ਐਡਮਸ ਮੁਤਾਬਕ ਇਹ ਅੱਗ ਰੂਮ ਹੀਟਰ ਦੇ ਕਾਰਨ ਲੱਗੀ ਹੈ। ਮੇਅਰ ਨੇ ਇਸ ਹਾਦਸੇ ਨੂੰ ਸ਼ਹਿਰ ਦਾ ਸਭ ਤੋਂ ਭਿਆਨਕ ਹਾਦਸਾ ਦੱਸਿਆ। ਫਾਇਰ ਡਿਪਾਰਟਮੈਂਟਲ ਦੇ ਕਮਿਸ਼ਨਰ ਨੀਗਰੋ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ 19 ਮੰਜ਼ਿਲਾ ਇਮਾਰਤ ਨੂੰ ਲਪੇਟ ਵਿੱਚ ਲੈ ਲਿਆ। ਇਸ ਅੱਗ ਨੂੰ 200 ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਦੀ ਮਦਦ ਨਾਲ ਬੁਝਾਇਆ ਗਿਆ। ਅਪਾਰਟਮੈਂਟ ਦੀ ਹਰ ਇੱਕ ਮੰਜ਼ਲ ਤੇ ਰਹਿ ਰਹੇ ਲੋਕ ਇਸ ਨਾਲ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਅੱਗ ਦੇ ਧੂਏ ਕਾਰਨ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਸੀ। ਫਾਇਰ ਡਿਪਾਰਟਮੈਂਟ ਨਿਊਯਾਰਕ ਦੇ ਕਮਿਸ਼ਨਰ ਡੈਨੀਅਲ ਨੀਗਰੋ ਨੇ ਅੱਗ ਦੀ ਗੰਭੀਰਤਾ ਦੀ ਤੁਲਨਾ ਹੈਪੀਲੈਂਡ ਸੋਸ਼ਲ
ਕਲੱਬ ਦੀ ਅੱਗ ਨਾਲ ਕੀਤੀ, ਜਿਸ ਵਿੱਚ 87 ਲੋਕ ਮਾਰੇ ਗਏ ਸਨ। ਨਜਾਇਜ਼ ਤੌਰ ਤੇ ਸੰਚਾਲਿਤ ਉਸ ਕਲੱਬ ਵਿੱਚ ਕੋਈ ਸਪ੍ਰਿੰਕਲ ਨਹੀਂ ਸੀ। ਸਾਲ 1990 ਵਿੱਚ ਇਸ ਹਾਦਸੇ ਵਿੱਚ ਇੱਕ ਵਿਅਕਤੀ ਨੇ ਆਪਣਾ ਸਾਬਕਾ ਪ੍ਰੇਮਿਕਾ ਦੇ ਨਾਲ ਬਹਿਸ ਵਿੱਚ ਪੈਣ ਅਤੇ ਕਲੱਬ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਜਾਣਬੁੱਝ ਕੇ ਇਮਾਰਤ ਵਿੱਚ ਅੱਗ ਲਗਾ ਦਿੱਤੀ ਸੀ। ਸ਼ਹਿਰ ਦੇ ਇਤਿਹਾਸ ਵਿੱਚ ਅੱਗ ਲੱਗਣ ਦਾ ਇੱਕ ਹੋਰ ਹਾਦਸਾ 1911 ਵਿੱਚ ਹੋਇਆ ਸੀ, ਜਿਸ ਵਿੱਚ 146 ਲੋਕ ਮਾਰੇ ਗਏ ਸਨ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਜੌਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭਾਰਤੀ ਮੂਲ ਦੇ ਸਿੱਖ ਕੈਬ ਡਰਾਈਵਰ ਤੇ ਹਮਲੇ ਦੀਆਂ ਰਿਪੋਰਟਾਂ ਤੋਂ ਵਿਭਾਗ ਬਹੁਤ ਪਰੇਸ਼ਾਨ ਹੈ। ਵਿਦੇਸ਼ ਵਿਭਾਗ ਨੇ ਚੁੱਪੀ ਤੋੜਦੇ ਹੋਏ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵਿਭਾਗ ਨੇ ਨਫ਼ਰਤ ਆਧਾਰਿਤ ਹਿੰਸਾ ਦੇ ਕਿਸੇ ਵੀ ਰੂਪ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਨਫ਼ਰਤ ਵਾਲੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਉਹਨਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਚਾਹੇ ਅਜਿਹੇ ਅਪਰਾਧ ਕਿਤੇ ਵੀ ਹੋਏ ਹੋਣ। ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਵੀਡੀਓ ਵਿੱਚ ਇੱਕ ਅਣਪਛਾਤਾ ਵਿਅਕਤੀ ਇੱਥੇ JFK ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਸਿੱਖ ਟੈਕਸੀ ਡਰਾਈਵਰ ਤੇ ਹਮਲਾ ਕਰਦਾ ਦਿਖਾਈ ਦੇ ਰਿਹਾ। ਹਮਲਾਵਰ ਨੇ ਟੈਕਸੀ ਡਰਾਈਵਰ ਦੀ ਪੱਗ ਲਾ ਦਿੱਤੀ ਸੀ ਅਤੇ ਉਸ ਵਿਰੁੱਧ ਅਪਸ਼ਬਦ ਵੀ ਵਰਤੇ ਸਨ। ਬਿਨਾਂ ਤਾਰੀਖ ਦੇ 26 ਸੰਕਟ ਦੀ ਵੀਡੀਓ 4 ਜਨਵਰੀ ਨੂੰ ਟਵਿੱਟਰ ਯੂਜ਼ਰ ਨਵਜੋਤਪਾਲ ਕੌਰ ਦੁਆਰਾ ਮਾਈਕਰੋ ਬਲੌਗਿੰਗ ਸਾਈਟ ਤੇ ਅਪਲੋਡ ਕੀਤੀ ਗਈ ਸੀ। ਵੀਡੀਓ ਵਿੱਚ ਇੱਕ ਵਿਅਕਤੀ 에ਅਰਪੋਰਟ ਬਾਹਰ ਇੱਕ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਕੌਰ ਨੇ ਦੱਸਿਆ ਕਿ ਇਹ ਵੀਡੀਓ 에ਅਰਪੋਰਟ ਤੇ ਮੌਜੂਦ ਇੱਕ ਵਿਅਕਤੀ ਨੇ ਸ਼ੂਟ ਕੀਤਾ ਸੀ। ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ JFK ਹਵਾਈ ਅੱਡੇ ਤੇ ਪਿਛਲੇ ਹਫ਼ਤੇ ਬਣਾਈ ਗਈ ਇੱਕ ਵੀਡੀਓ ਵਿੱਚ ਇੱਕ ਸਿੱਖ ਕੈਬ ਡਰਾਈਵਰ ਤੇ ਹਮਲੇ ਦੀਆਂ ਰਿਪੋਰਟਾਂ ਤੋਂ ਬਹੁਤ ਦੁਖੀ ਹਾਂ। ਸਾਡੀ ਵਿਭਿੰਨਤਾ ਅਮਰੀਕਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਅਸੀਂ ਕਿਸੇ ਵੀ ਕਿਸਮ ਦੀ ਨਫ਼ਰਤ ਆਧਾਰਿਤ ਹਿੰਸਾ ਦੀ ਨਿੰਦਾ ਕਰਦੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਨਫ਼ਰਤੀ ਅਪਰਾਧਾਂ ਦੇ ਦੋਸ਼ੀਆਂ ਨੂੰ ਉਹਨਾਂ ਦੀ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾਵੇ, ਜਿੱਥੇ ਵੀ ਅਜਿਹੇ ਅਪਰਾਧ ਹੋ ਸਕਦੇ ਨੇ। ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹਨੇ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਹਨਾਂ ਨੂੰ ਹਿੰਸਕ ਘਟਨਾ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਹੈ ਕਿ ਨਿਊਯਾਰਕ ਵਿੱਚ ਇੱਕ ਸਿੱਖ ਟੈਕਸੀ ਡਰਾਈਵਰ ਤੇ ਹਮਲਾ ਬਹੁਤ ਹੀ ਦੁਖਦਾਈ ਹੈ। ਅਸੀਂ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਅਤੇ ਉਹਨਾਂ ਨੂੰ ਇਸ ਹਿੰਸਕ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਟਵਿੱਟਰ ਯੂਜ਼ਰ ਕੌਰ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ ਵਿਅਕਤੀ ਨੂੰ ਕਥਿਤ ਤੌਰ ਤੇ ਸਿੱਖ ਵਿਅਕਤੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ। ਉਹ ਸਿੱਖ ਨੂੰ ਬਾਰ-ਬਾਰ ਕੁੱਟਦਾ ਅਤੇ ਮੁੱਕਾ ਮਾਰਦਾ ਹੈ, ਉਸ ਦੀ ਪੱਗ ਵੀ ਲਾ ਦਿੰਦਾ ਹੈ। ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਰਹਿਣ ਵਾਲੇ 8 ਲੱਖ ਤੋਂ ਵੱਧ ਗੈਰ ਨਾਗਰਿਕ ਅਤੇ ਡ੍ਰੀਮਰਜ਼ ਅਗਲੇ ਸਾਲ ਤੋਂ ਹੋਣ ਵਾਲੀਆਂ ਮਿਊਨਿਸਪਲ ਚੋਣਾਂ ਵਿੱਚ ਵੋਟ ਪਾ ਸਕਣਗੇ। ਮੇਅਰ ਐਰਿਕ ਐਮਜ਼ ਨੇ 1 ਮਹੀਨਾ ਪਹਿਲਾਂ ਸਿਟੀ ਕੌਂਸਲ ਦੁਆਰਾ ਪ੍ਰਵਾਨ ਕੀਤੇ ਇੱਕ ਬਿੱਲ ਨੂੰ ਐਤਵਾਰ ਨੂੰ ਆਪਣੇ ਆਪ ਕਾਨੂੰਨ ਬਣਨ ਦੀ ਆਗਿਆ ਦਿੱਤੀ। ਉਧਰ ਵਿਰੋਧੀਆਂ ਦੇ ਨਵੇਂ ਕਾਨੂੰਨ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਗਿਆ। ਜੇਕਰ ਕੋਈ ਜੱਜ ਇਸ ਨੂੰ ਲਾਗੂ ਕਰਨ ਤੇ ਰੋਕ ਨਹੀਂ ਲਗਾਉਂਦਾ ਤਾਂ ਨਿਊਯਾਰਕ ਸਿਟੀ ਗੈਰ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਬਣ ਜਾਏਗਾ। ਅਮਰੀਕਾ ਵਿੱਚ 1 ਦਰਜਨ ਤੋਂ ਵੱਧ ਭਾਈਚਾਰਿਆਂ ਨੇ ਗੈਰ ਨਾਗਰਿਕਾਂ ਨੂੰ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜਿਸ ਵਿੱਚ ਮੈਰੀਲੈਂਡ ਦੇ 11 ਸ਼ਹਿਰ ਅਤੇ ਵਰਮੌਂਟ ਦੇ 2 ਕਸਬੇ ਸ਼ਾਮਲ ਨੇ। ਇਲੈਕਟੋਰਲ ਮੰਡਲ ਜੁਲਾਈ ਤੋਂ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਏਗਾ, ਜਿਸ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਅਤੇ ਵਿਵਸਥਾਵਾਂ ਸ਼ਾਮਲ ਨੇ। ਸ਼ਹਿਰ ਲਈ ਇਹ ਇਤਿਹਾਸਕ ਪਲ ਹੈ ਜਿੱਥੇ ਵੈਧ ਗੈਰ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ। ਇਸ ਦੇ ਤਹਿਤ ਗੈਰ ਨਾਗਰਿਕ ਅਤੇ ਤਥਾਕਥਿਤ ਡ੍ਰੀਮਰਜ਼ ਸਮੇਤ ਅਮਰੀਕਾ ਵਿੱਚ ਅਧਿਕਾਰਤ ਤੌਰ ਤੇ ਕੰਮ ਕਰਨ ਵਾਲਾ ਸ਼ਹਿਰ ਦਾ ਮੇਅਰ ਅਤੇ ਸਿਟੀ ਕੌਂਸਲ ਮੈਂਬਰਾਂ ਦੀ ਚੋਣ ਕਰਨ ਵਿੱਚ ਮਦਦ ਕਰਨਗੇ। ਡ੍ਰੀਮਰਜ਼ ਉਹ ਲੋਕ ਨੇ ਜੋ ਬੱਚਿਆਂ ਦੇ ਰੂਪ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਜੋਂ ਅਮਰੀਕਾ ਵਿੱਚ ਪ੍ਰਵਾਸ ਕੀਤੇ ਗਏ ਨੇ ਅਤੇ ਡ੍ਰੀਮ ਐਕਟ ਜਾਂ DACA ਦੇ ਲਾਭਪਾਤਰੀ ਨੇ। ਇਹ ਕਾਨੂੰਨ ਦੇ ਤਹਿਤ ਉਹਨਾਂ ਨੂੰ ਦੇਸ਼ ਵਿੱਚ ਰਹਿਣ ਦੀ ਆਗਿਆ ਹੈ। ਜੇਕਰ ਉਹ ਕੁਝ ਮਾਪਦੰਡਾਂ ਦੀ ਪਾਲਣਾ ਕਰਦੇ ਨੇ, ਉਹ ਚੋਣ ਵਿੱਚ ਗੈਰ ਨਾਗਰਿਕ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਉਹ 2023 ਤੋਂ ਪਹਿਲਾਂ ਨਹੀਂ ਹੋਣਗੀਆਂ। ਸਿਟੀ ਕੌਂਸਲ ਦੇ ਸਾਬਕਾ ਮੈਂਬਰ ਵਾਈ ਰੋਡਗਰਜ਼ ਨੇ ਕਿਹਾ ਕਿ ਅਸੀਂ ਇੱਕ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਦੇ ਹਾਂ ਜਦੋਂ ਅਸੀਂ ਪ੍ਰਵਾਸੀਆਂ ਦੀਆਂ ਆਵਾਜ਼ਾਂ ਨੂੰ ਸ਼ਾਮਿਲ ਕਰਦੇ ਹਾਂ। ਉਹਨਾਂ ਨੇ ਕਾਨੂੰਨ ਨੂੰ ਮਨਜ਼ੂਰੀ ਦਿਵਾਉਣ ਲਈ ਅਭਿਆਸ ਦੀ ਅਗਵਾਈ ਕੀਤੀ ਸੀ। ਉਹਨਾਂ ਦੇ ਮੇਅਰ ਨੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਹੈ ਕਿ ਜੇਕਰ ਇਸ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇਸ ਦਾ ਬਚਾਅ ਕਰਨਗੇ। ਮੇਅਰ ਐਮਜ਼ ਨੇ ਕਿਹਾ ਕਿ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਲੱਖਾਂ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਉਤਸ਼ਾਹਿਤ ਨੇ। ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਅਤਿ ਨਸ਼ੀਲਾ ਪਦਾਰਥ ਫੈਂਟਾਨਾਈਲ ਸਮੇਤ ਹੋਰ ਡਰੱਗਸ ਦੀ ਵਰਤੋਂ ਵਿੱਚ ਵਾਧਾ ਹੋਇਆ। US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ
ਕਿ ਪਿਛਲੇ ਮਾਲੀ ਸਾਲ 2021 ਦੌਰਾਨ ਦੱਖਣੀ ਟੈਕਸਾਸ ਵਿੱਚ ਫੈਂਟਾਨਾਈਲ ਡਰੱਗ ਦੀ ਬਰਾਮਦਗੀ ਵਿੱਚ ਵਾਧਾ ਹੋਇਆ ਹੈ, ਜੋ ਇੱਕ ਰਿਕਾਰਡ ਹੈ। CBP ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਬ੍ਰੌਨਸਵਿਲੇ ਤੋਂ ਡੈਲ ਰਿਓ ਤੱਕ 8 ਬੰਦਰਗਾਹਾਂ ਤੇ ਜ਼ਬਤ ਕੀਤੇ ਗਏ 87,652 ਪੌਂਡ ਨਸ਼ੀਲੇ ਪਦਾਰਥਾਂ ਵਿੱਚੋਂ 548 ਪੌਂਡ ਫੈਂਟਾਨਾਈਲ ਸ਼ਾਮਲ ਹੈ। CBP ਅਨੁਸਾਰ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਭੰਗ, ਕੋਕੀਨ, ਹੈਰੋਇਨ ਤੇ ਮੈਥਾਫੈਟਾਮਾਈਨ ਵੀ ਸ਼ਾਮਲ ਹੈ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਤਕਰੀਬਨ 78.60 ਕਰੋੜ ਡਾਲਰ ਬਣਦੀ ਹੈ। ਡਰੱਗ ਇਨਫੋਰਸਮੈਂਟ ਏਜੰਸੀ ਅਨੁਸਾਰ ਅਮਰੀਕਾ ਵਿੱਚ ਫੈਂਟਾਨਾਈਲ ਸਭ ਤੋਂ ਘਾਤਕ ਨਸ਼ੀਲਾ ਪਦਾਰਥ ਮੰਨਿਆ ਜਾਂਦਾ ਹੈ, ਜੋ ਹੈਰੋਇਨ ਤੋਂ 50 ਗੁਣਾ ਵੱਧ ਸ਼ਕਤੀਸ਼ਾਲੀ ਹੈ ਤੇ ਇਸ ਨੂੰ ਬਣਾਉਣਾ ਵੀ ਸਸਤਾ ਤੇ ਆਸਾਨ ਹੈ। ਏਜੰਸੀ ਅਨੁਸਾਰ ਲੋਕ ਅਣਜਾਣੇ ਵਿੱਚ ਹੋਰ ਨਸ਼ੀਲੇ ਪਦਾਰਥ ਖਰੀਦਦੇ ਨੇ, ਪਰ ਉਹਨਾਂ ਨੂੰ ਫੈਂਟਾਨਾਈਲ ਦੀ ਪੁੱਠ ਚਾੜੀ ਹੁੰਦੀ ਹੈ। 1 ਮਿਲੀਗ੍ਰਾਮ ਦਾ ਚੌਥਾ ਹਿੱਸਾ ਫੈਂਟਾਨਾਈਲ ਕਿਸੇ ਵਿਅਕਤੀ ਨੂੰ ਮਾਰਨ ਲਈ ਕਾਫੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਅਨੁਸਾਰ ਅਮਰੀਕਾ 'ਚ ਪਹਿਲੀ ਵਾਰ ਸਾਲਾਨਾ ਓਵਰਡੋਜ਼ ਕਾਰਨ 1 ਲੱਖ ਤੋਂ ਵੱਧ ਮੌਤਾਂ ਹੋਈਆਂ ਨੇ, ਜਿਸ ਦਾ ਕਾਰਨ ਫੈਂਟਾਨਾਈਲ ਦੀ ਵਰਤੋਂ ਵੀ ਹੈ। ਇਹ ਮੌਤਾਂ ਮਈ 2020 ਤੋਂ ਅਪ੍ਰੈਲ 2021 ਦਰਮਿਆਨ ਹੋਈਆਂ ਨੇ। ਇਹ ਵੀ ਤੱਥ ਸਾਹਮਣੇ ਆਏ ਨੇ ਕਿ ਕੋਰੋਨਾ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਵਾਧਾ ਹੋਇਆ। ਡਰੱਗ ਵਿਰੋਧੀ ਨੈਸ਼ਨਲ ਇੰਸਟੀਚਿਊਟ ਵਿਖੇ ਡਾਇਰੈਕਟਰ ਵਜੋਂ ਤਾਇਨਾਤ ਡਾਕਟਰ ਨੋਰਾ ਵਲਕੌ ਅਨੁਸਾਰ ਕੋਵਿਡ-19 ਤੋਂ ਪਹਿਲਾਂ ਮਾਹਿਰਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਿੰਥੈਟਿਕ ਡਰੱਗਸ ਦੀ ਵਰਤੋਂ ਵੱਧ ਰਹੀ ਹੈ, ਪਰ ਹੋ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੋਵੇ। ਵਾਸ਼ਿੰਗਟਨ ਸਟੇਟ ਦੇ ਸਿਆਟਲ ਨੇੜੇ ਪੈਂਦੇ ਛੋਟੇ ਜਿਹੇ ਸ਼ਹਿਰ ਲਿਵਨਵਰਥ ਵਿਖੇ ਪਿਛਲੇ ਕੁਝ ਦਿਨਾਂ ਤੋਂ ਹੋਈ ਭਾਰੀ ਬਰਫ਼ਬਾਰੀ ਕਾਰਨ ਇੱਥੇ ਸਾਰਾ ਕੁਝ ਬਰਫ਼ ਵਿੱਚ ਦਬ ਕੇ ਰਹਿ ਗਿਆ ਅਤੇ ਪ੍ਰਸ਼ਾਸਨ ਵੱਲੋਂ ਇੱਥੇ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ ਅਤੇ ਸ਼ਹਿਰ ਵਿੱਚ ਫੌਜ ਬੁਲਾਈ ਗਈ ਹੈ। ਲਿਵਨਵਰਥ ਸ਼ਹਿਰ ਦੇ ਮੇਅਰ ਕਾਰਲ ਫਲੋਰੀਆ ਨੇ ਲੋਕਾਂ ਤੱਕ ਭੋਜਨ ਪਹੁੰਚਾਉਣ, ਸੜਕਾਂ ਅਤੇ ਲੋਕਾਂ ਦੇ ਘਰ ਜੋ ਅੱਧੇ ਤੋਂ ਵਧੇਰੇ ਬਰਫ਼ ਵਿੱਚ ਦਬ ਗਏ ਤੋਂ ਬਰਫ਼ ਹਟਾਉਣ ਅਤੇ ਹੋਰ ਜ਼ਰੂਰੀ ਸਪਲਾਈ ਸ਼ੁਰੂ ਕਰਨ ਲਈ ਫੌਜ ਬੁਲਾਈ ਹੈ, ਜੋ ਸੋਮਵਾਰ ਤੋਂ ਆਪਣੀ ਕਾਰਵਾਈ ਸ਼ੁਰੂ ਕਰੇਗੀ। ਮੇਅਰ ਫਲੋਰੀਆ ਨੇ ਮੀਡੀਆ ਨੂੰ ਦੱਸਿਆ ਕਿ 36 ਇੰਚ ਤੋਂ 48 ਇੰਚ ਤੱਕ ਬਰਫ਼ ਪੈ ਚੁੱਕੀ ਹੈ, ਜਿਸ ਕਾਰਨ ਸਾਰਾ ਕੁਝ ਅਸਤ-ਵਿਅਸਤ ਹੋ ਗਿਆ ਅਤੇ ਲੋਕ ਘਰਾਂ ਵਿੱਚ ਬੰਦ ਹੋ ਗਏ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਵਸਤਾਂ ਤੇ ਭੋਜਨ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ। ਪ੍ਰਸ਼ਾਸਨ ਬਰਫ਼ ਹਟਾਉਣ ਦਾ ਕੰਮ ਕਰ ਰਿਹਾ, ਪਰ ਫੌਜ ਦੇ ਆਉਣ ਨਾਲ ਇਹ ਕੰਮ ਤੇਜ਼ ਹੋਏਗਾ। ਉਹਨਾਂ ਨੇ ਕਿਹਾ ਕਿ ਕੁਝ ਪੈਟਰੋਲ ਪੰਪਾਂ ਤੇ ਤੇਲ ਖਤਮ ਹੋ ਗਿਆ ਅਤੇ ਪਿੱਛੋਂ ਬਰਫ਼ ਕਾਰਨ ਸਪਲਾਈ ਨਹੀਂ ਆ ਰਹੀ। ਉਹਨਾਂ ਨੇ ਆਸ ਪ੍ਰਗਟ ਕੀਤੀ ਹੈ ਕਿ 2-3 ਦਿਨਾਂ ਵਿੱਚ ਹਾਲਾਤ ਠੀਕ ਹੋ ਜਾਣਗੇ। ਯਾਦ ਰਹੇ, ਲਿਵਨਵਰਥ ਸ਼ਹਿਰ ਟੂਰਿਸਟ ਸਪੋਟ ਵਜੋਂ ਜਾਣਿਆ ਜਾਂਦਾ ਹੈ ਅਤੇ ਗਰਮੀਆਂ ਵਿੱਚ ਇੱਥੇ ਭਾਰੀ ਭੀੜ ਰਹਿੰਦੀ ਹੈ। ਪੁਲਿਸ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਕੋਹਾੜਾ, ਜ਼ਿਲ੍ਹਾ ਜਲੰਧਰ ਦੇ ਜੰਪਲ ਦੇ ਇੱਕ ਨੌਜਵਾਨ ਦੀ ਕੈਨੇਡਾ ਵਿਖੇ ਭੇਦ ਭਰੀ ਹਾਲਾਤ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਲਾਲ ਸਿੰਘ ਨਾਗਰਾ ਵਜੋਂ ਹੋਈ ਹੈ। ਮ੍ਰਿਤਕ ਪਿਛਲੇ ਕਰੀਬ 12 ਸਾਲਾਂ ਪਹਿਲਾਂ ਆਬਸਟਫੋਰਡ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ, ਜਿਸ ਦੀ ਬੀਤੇ ਦਿਨੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦਾ ਪਤਾ ਲੱਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪੁਲਿਸ ਵੱਲੋਂ ਉਸ ਦੀ ਕਿਰਾਏ ਦੀ ਰਿਹਾਇਸ਼ ਵਿੱਚੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਅਗਲੇ ਕੁਝ ਦਿਨਾਂ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਗੁਰਲਾਲ ਸਿੰਘ ਨਾਗਰਾ ਪੁੱਤਰ ਸੁਖਦੇਵ ਸਿੰਘ ਰਾਣਾ, ਪ੍ਰਧਾਨ ਆਮ ਆਦਮੀ ਪਾਰਟੀ ਸਰਕਲ ਲਾਂਬੜਾ ਦੀ ਮੌਤ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਬੀਤੀ ਰਾਤ ਕੈਨੇਡਾ ਤੋਂ ਉਹਨਾਂ ਦੇ ਕਿਸੇ ਜਾਣਕਾਰ ਵੱਲੋਂ ਦੇਰ ਰਾਤ ਕਰੀਬ 11:30 ਵਜੇ ਫੋਨ ਰਾਹੀਂ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਲਾਲ ਸਿੰਘ ਦੇ ਪਿਤਾ ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ ਗੁਰਲਾਲ ਸਿੰਘ ਪਿਛਲੇ ਕਰੀਬ 12 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਉਸ ਦਾ ਕਰੀਬ 4 ਸਾਲ ਪਹਿਲਾਂ 2018 ਵਿੱਚ ਵਿਆਹ ਕੀਤਾ ਗਿਆ ਸੀ, ਪਰ ਉਹ ਜਿਸ ਵਕਤ ਤੋਂ ਕੈਨੇਡਾ ਗਿਆ ਸੀ, ਵਾਪਸ ਆਪਣੇ ਵਤਨ ਕਦੇ ਵੀ ਹੁਣ ਤੱਕ ਪਰਤ ਨਹੀਂ ਸਕਿਆ। ਗੁਰਲਾਲ ਦੀ ਬੇਵਕਤੀ ਮੌਤ ਨਾਲ ਉਸ ਦਾ ਪਰਿਵਾਰ, ਪਿੰਡ ਵਾਸੀ ਤੇ ਸਮੂਹ ਇਲਾਕਾ ਨਿਵਾਸੀ ਬੇਹੱਦ ਚਿੰਤਤ ਤੇ ਸੋਗ ਵਿੱਚ ਨੇ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਟਲੀ ਤੋਂ ਆਏ ਕਈ ਯਾਤਰੀਆਂ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਅਤੇ ਕਈ ਯਾਤਰੀਆਂ ਵੱਲੋਂ ਉਹਨਾਂ ਦੀਆਂ ਟੈਸਟ ਰਿਪੋਰਟਾਂ ਗਲਤ ਹੋਣ ਦੇ ਦੋਸ਼ਾਂ ਦੇ ਮੱਦੇਨਜ਼ਰ ਸੰਬੰਧਿਤ ਪ੍ਰਾਈਵੇਟ ਲੈਬੋਰੇਟਰੀ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਦਿੱਲੀ ਲੈਬੋਰੇਟਰੀ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਹੈ ਅਤੇ ਸੈਂਪਲਾਂ ਦੀ ਜਾਂਚ ਦੀ ਜ਼ਿੰਮੇਵਾਰੀ ਸਥਾਨਕ ਲੈਬੋਰੇਟਰੀ ਨੂੰ ਸੌਂਪ ਦਿੱਤੀ ਹੈ। ਜਾਂਚ ਦੇ ਹੁਕਮ ਇਟਲੀ ਤੋਂ ਵਾਪਸ ਪਰਤੇ ਕਈ ਯਾਤਰੀਆਂ ਦੇ ਦੋਸ਼ਾਂ ਤੋਂ ਬਾਅਦ ਦਿੱਤੇ ਗਏ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇੱਥੇ ਕੋਵਿਡ-19 ਟੈਸਟ ਸਹੀ ਨਹੀਂ ਕੀਤਾ ਗਿਆ।
क्योंकि जहाज़ ਵਿੱਚ ਸਵਾਰ ਹੋਣ ਤੋਂ ਕੁਝ ਘੰਟੇ ਪਹਿਲਾਂ ਉਹਨਾਂ ਦੀ ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ। यात्रियों ने लैबोरेटरी के टेस्टिंग के तरीके ते भी सवाल उठाए सन और हवाई अड्डे ते हंगामा किया सी। अधिकारियों ने दस्सिया कि इत्थे श्री गुरु रामदास अंतरराष्ट्रीय हवाई अड्डे ते आए कुछ यात्रियों की बाद विच दोबारा जांच की गई, जिस विच लाग की पुष्टि नहीं हुई। सहायक सिविल सर्जन डॉक्टर अमरजीत सिंह ने एतवार नूं कहा कि एयरपोर्ट अथॉरिटी ऑफ इंडिया ने लैबोरेटरी की कथित लापरवाही के खिलाफ जांच शुरू कर दी है। ਹੁਣ तक दिल्ली ਵਿੱਚ ਇੱਕ ਲੈਬੋਰੇਟਰੀ सेवा दे रही सी, जिस ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਨਵੀਂ ਲੋਕਲ ਲੈਬੋਰੇਟਰੀ ਨੇ ਹਵਾਈ ਅੱਡੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਵਾਈ ਅੱਡੇ ਤੇ ਪਹੁੰਚਣ ਦੇ ਸਮੇਂ ਜਾਂਚ ਵਿੱਚ ਲਾਗ ਦੀ ਪੁਸ਼ਟੀ ਹੋਈ ਸੀ। ਧਿਆਨਯੋਗ ਹੈ ਕਿ ਪੰਜਾਬ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਚੋਣਾਂ ਤੋਂ ਪਹਿਲਾਂ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਨੇ। ਇੰਗਲੈਂਡ ਦੀ ਬਿਊਟੀ ਕੁਈਨ ਨੂੰ ਗਲੋਬਲ ਬਿਊਟੀ ਕੰਟੈਸਟ ਮਿਸਿਸ ਵਰਲਡ ਵਿੱਚ ਹਿੱਸਾ ਲੈਣ ਦੇ ਲਈ ਅਮਰੀਕਾ ਜਾਣ ਦੀ ਆਗਿਆ ਨਹੀਂ ਮਿਲ ਸਕੀ। ਮਾਡਲ ਲੀਨ ਕਵਾਇਬ ਦਾ ਕਹਿਣਾ ਹੈ ਕਿ ਉਹਨਾਂ ਵੀਜ਼ਾ ਦੇਣ ਤੋਂ ਇਸ ਲਈ ਮਨਾ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਜਨਮ ਸੀਰੀਆ ਵਿੱਚ ਹੋਇਆ ਹੈ। ਈਸਟ ਯਾਰਕਸ਼ਾਇਰ ਦੇ ਹਿਸਲ ਦੀ ਰਹਿਣ ਵਾਲੀ 29 ਸਾਲਾ ਲੀਨ ਕਲਾਈਵ ਨੂੰ ਮਿਸਿਸ ਵਰਲਡ ਫਾਈਨਲ ਵਿੱਚ ਬ੍ਰਿਟੇਨ ਦੀ ਅਗਵਾਈ ਕਰਨੀ ਹੈ। ਉਹ ਪੇਸ਼ੇ ਤੋਂ ਡਾਕਟਰ ਹੈ ਅਤੇ ਅਜੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ। BBC ਨਿਊਜ਼ ਨੇ ਕਲਾਈਵ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਮਰੀਕਾ ਦੇ ਲਾਸ ਵੇਗਾਸ ਜਾਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਵੀਜ਼ਾ ਦਿੱਤਾ ਗਿਆ ਸੀ, ਪਰ ਉਹਨਾਂ ਨੂੰ ਵੀਜ਼ਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਉਹ ਸੀਰੀਆ ਦੇ ਦਮਿਸ਼ਕ ਵਿੱਚ ਪੈਦਾ ਹੋਈ ਸੀ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਕਲਾਈਵ ਦੇ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਆਹੁਤਾ ਕਲਾਈਵ 2013 ਤੋਂ ਇੰਗਲੈਂਡ ਵਿੱਚ ਰਹਿ ਰਹੀ ਹੈ। ਉਹਨਾਂ ਨੇ ਅੰਗਰੇਜ਼ੀ ਬੋਲਣੀ ਸਿੱਖ ਲਈ ਹੈ। ਉਹਨਾਂ ਨੇ ਪਹਿਲਾਂ ਸਮਾਨਤਾ ਅਤੇ ਸ਼ਰਨਾਰਥੀਆਂ ਦੇ ਅਧਿਕਾਰਾਂ ਦੇ ਲਈ ਵੀ ਮੁਹਿੰਮ ਚਲਾਈ। ਉਹ 15 ਜਨਵਰੀ ਨੂੰ 35ਵੇਂ ਸਾਲਾਨਾ ਮਿਸਿਸ ਵਰਲਡ ਇਵੈਂਟ ਵਿੱਚ ਹਿੱਸਾ ਲੈਣ ਵਾਲੀ ਸੀ। ਇਸ ਇਵੈਂਟ ਵਿੱਚ 57 ਹੋਰ ਮੁਕਾਬਲੇਬਾਜ਼ ਹਿੱਸਾ ਲੈਣ ਵਾਲੇ ਸਨ। ਇਸ ਬਿਊਟੀ ਕੰਟੈਸਟ ਵਿੱਚ ਵਿਆਹੁਤਾ ਮਹਿਲਾਵਾਂ ਹਿੱਸਾ ਲੈਂਦੀਆਂ ਨੇ। ਫਿਲਹਾਲ ਵੀਜ਼ਾ ਨਹੀਂ ਮਿਲਣ ਦਾ ਮਤਲਬ ਹੈ ਕਿ ਇੰਗਲੈਂਡ ਇਸ ਇਵੈਂਟ ਵਿੱਚ ਆਪਣਾ ਕੋਈ ਨੁਮਾਇੰਦਾ ਨਹੀਂ ਭੇਜੇਗਾ। ਕਲਾਈਵ ਨੇ ਕਿਹਾ, ਮੈਂ ਬ੍ਰਿਟਿਸ਼ ਪਾਸਪੋਰਟ ਦੇ ਨਾਲ ਅਪਲਾਈ ਕੀਤਾ ਸੀ। ਮੈਂ ਬ੍ਰਿਟੇਨ ਦੀ ਨੁਮਾਇੰਦਗੀ ਕਰ ਰਹੀ ਹਾਂ ਅਤੇ ਮੈਂ ਇੱਕ ਬ੍ਰਿਟਿਸ਼ ਨਾਗਰਿਕ ਹਾਂ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਨੂੰ ਅਮਰੀਕਾ ਵਿੱਚ ਐਂਟਰੀ ਤੋਂ ਰੋਕ ਦਿੱਤਾ ਜਾਏਗਾ। ਕਲਾਈਵ ਨੇ ਕਿਹਾ, ਮੇਰੇ ਪਤੀ ਅਤੇ ਮੇਰੇ ਬੱਚੇ ਨੂੰ ਵੀਜ਼ਾ ਮਿਲ ਗਿਆ ਸੀ, ਲੇਕਿਨ ਮੈਨੂੰ ਮਨਾ ਕਰ ਦਿੱਤਾ ਗਿਆ ਅਤੇ ਇਹ ਸਭ ਸਿਰਫ ਮੇਰੇ ਜਨਮ ਸਥਾਨ ਦੇ ਕਾਰਨ ਹੋ ਰਿਹਾ। सांसद एमा हार्डी ने कहा कि वो दखल अंदाजी करन ਅਤੇ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ। ਕਲਾਈਵ ਨੇ ਅਮਰੀਕੀ ਦੂਤਘਰ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਲਈ ਸਮੇਂ ਤੇ ਵੀਜ਼ਾ ਦੇਣ ਦੇ ਲਈ ਕਾਮਨ ਸੈਂਸ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ, ਮੈਨੂੰ ਹੁਣ ਵੀ ਉਮੀਦ ਹੈ, ਮੈਨੂੰ ਪਤਾ ਹੈ ਕਿ ਟਾਈਮ ਘੱਟ ਹੈ, ਪਰ ਜੇਕਰ ਦੂਤਘਰ ਦਾ ਕੋਈ ਵਿਅਕਤੀ ਮੇਰੇ ਆਵੇਦਨ ਨੂੰ ਦੇਖ ਸਕਦਾ ਹੈ ਤਾਂ ਚੀਜ਼ਾਂ ਅਲੱਗ ਹੋ ਸਕਦੀਆਂ ਨੇ। ਅਮਰੀਕੀ ਪ੍ਰਸ਼ਾਸਨ ਸੀਰੀਆ ਨੂੰ ਲੈ ਕੇ ਸਖਤ ਹੈ। ਆਪਣੀ ਵੈਬਸਾਈਟ ਤੇ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਜੋ ਵੀਜ਼ਾ ਵਿਨੇਕਾਰ ਅੱਤਵਾਦ ਵਾਲੇ ਦੇਸ਼ਾਂ ਦੇ ਨਾਗਰਿਕ ਹਨ, ਉਹਨਾਂ ਦਾ ਇੰਟਰਵਿਊ ਇੱਕ ਕੌਂਸਲਰ ਅਧਿਕਾਰੀ ਨੂੰ ਕਰਨਾ ਚਾਹੀਦਾ ਹੈ। गुजरात के तट ते अरब सागर चों 10 पाकिस्तानी नागरिकों को गिरफ्तार किया गया जो भारत की सरहद में दाखिल होने का यतन कर रहे सन। ये सारे पाकिस्तानी किश्ती यासीन ते सवार सन। इन्हां सारियां कोल हुण पोरबंदर विखे लिजा के पुछगिछ की जा रही। ये पहली बार नहीं है कि पाकिस्तानी किश्ती फड़ी गई। इस तो पहला पिछले साल सितंबर में गुजरात के तट ते एक किश्ती फड़ी गई जिस ते पाकिस्तान के 12 क्रू मैंबर सवार सन। हाल ही के समय में यह देखा गया है कि पाकिस्तान समुद्री रस्ते राही भारत समेत होर देशों में नशियां की खेप पहुंचाने की कोशिश कर रहा। पिछले महीने भारतीय तट रखियक ਅਤੇ गुजरात ATS ने एक संयुक्त ऑपरेशन चलाया सी ਅਤੇ ਭਾਰਤੀ ਜਲ ਖੇਤਰ ਵਿੱਚ ਪਾਕਿਸਤਾਨੀ ਕਿਸ਼ਤੀ ਅਲ ਹੁਸੈਨੀ ਨੂੰ ਫੜ ਲਿਆ ਸੀ। ਉਹਨਾਂ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 77 ਕਿਲੋ ਹੈਰੋਇਨ ਬਰਾਮਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ 400 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ। ਇਸ ਦੌਰਾਨ ਪਾਕਿਸਤਾਨੀ ਕਿਸ਼ਤੀ ਚੋਂ 6 ਲੋਕ ਵੀ ਫੜੇ ਗਏ ਨੇ। ਮਹਾਰਾਣੀ ਇਲਿਜ਼ਾਬੈਥ ਦੇ ਗੱਦੀ ਸੰਭਾਲਣ ਦੀ 70ਵੀਂ ਵਰ੍ਹੇਗੰਢ ਮੌਕੇ ਬ੍ਰਿਟੇਨ ਵਿੱਚ ਮਿਲਟਰੀ ਪਰੇਡ ਜਸ਼ਨ ਸਮਾਰੋਹਾਂ ਅਤੇ प्लैटिनम जुबली ਲਈ ਇੱਕ ਨਵੀਂ ਮਠਿਆਈ ਬਣਾਉਣ ਸੰਬੰਧੀ ਇੱਕ ਮੁਕਾਬਲੇ ਦਾ ਆਯੋਜਨ ਕੀਤਾ ਜਾਏਗਾ। ਬੰਗਿੰਗਮ ਪੈਲੇਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਐਲਿਜ਼ਾਬੈਥ 6 ਫਰਵਰੀ ਨੂੰ 7 ਦਹਾਕਿਆਂ ਤੱਕ ਰਾਜ ਕਰਨ ਵਾਲੀ ਬ੍ਰਿਟੇਨ ਦੀ ਪਹਿਲੀ ਮਹਾਰਾਣੀ ਬਣ ਜਾਏਗੀ। ਵਰ੍ਹੇਗੰਢ ਮਨਾਉਣ ਵਾਲੇ ਤਿਉਹਾਰ 2 ਤੋਂ 5 ਜੂਨ ਤੱਕ ਹੋਣ ਵਾਲੇ ਸਮਾਗਮਾਂ ਨਾਲ ਸਮਾਪਤ ਹੋਣਗੇ। ਡਾਕਟਰਾਂ ਨੇ ਹਾਲ ਹੀ ਵਿੱਚ ਮਹਾਰਾਣੀ ਨੂੰ ਵਧੇਰੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਇਸ ਲਈ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਸਮਾਗਮਾਂ ਵਿੱਚ ਸ਼ਾਮਲ ਹੋਏਗੀ। इस हफ्ते महाराणी के सन्मान में जनतक छुट्टी का एक वाधू दिन होएगा। वीकेंड की शुरुआत 2 जून को सालाना मिलटरी परेड नाल होएगी। इस तो बाद 3 जून को ब्रिटेन इसते होर खेतरां ते राष्ट्रमंडल लई महाराणी दीयां सेवावां दा सन्मान करन लई एक समागम होएगा।
इस दौरान महाराणी ਦੇ महल ਵਿੱਚ प्लैटिनम पुडिंग मुकाबला भी करवाया जाएगा। जेतू पकवान वीकेंड के समागमां ਵਿੱਚ शामिल किया जाएगा। ਬ੍ਰਾਜ਼ੀਲ ਵਿੱਚ 3 ਕਿਸ਼ਤੀਆਂ ਤੇ ਹਜ਼ਾਰਾਂ ਟਨ ਦੀ ਚਟਾਨ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਤੇ 32 ਲੋਕ ਜ਼ਖਮੀ ਹੋ ਗਏ, ਜਦਕਿ 20 ਲੋਕ ਲਾਪਤਾ ਦੱਸੇ ਜਾ ਰਹੇ ਨੇ। ਇਹ ਹਾਦਸਾ ਬ੍ਰਾਜ਼ੀਲ ਦੇ ਮਿਨਸ ਗੈਰੇਸ ਸੂਬੇ ਵਿੱਚ ਵਾਪਰਿਆ। ਦੱਖਣੀ ਪੂਰਬੀ ਬ੍ਰਾਜ਼ੀਲ ਦੇ ਲੈਂਡਲਾਕ ਸੂਬੇ ਮਿਨਸ ਗੈਰੇਸ ਦੀ ਗਵਰਨਰ ਰੇਮੂ ਜੇਮਾ ਅਨੁਸਾਰ ਭਾਰੀ ਬਾਰਿਸ਼ ਕਾਰਨ ਕੈਪੀਟੋਲੀਓ 'ਚ ਫਰਨਾਸ ਝੀਲ ਵਿੱਚ ਚਟਾਨ ਦਾ ਹਿੱਸਾ ਖਿਸਕ ਗਿਆ। ਜੇਮਾ ਨੇ ਟਵਿੱਟਰ ਤੇ ਲਿਖਿਆ ਹੈ ਕਿ ਉਹ ਇੱਕ ਮੁਸ਼ਕਿਲ ਸਮੇਂ 'ਚ ਪੀੜ ਦੇ ਪਰਿਵਾਰਾਂ ਦੇ ਨਾਲ ਇਕਜੁੱਟਤਾ ਦੇ ਨਾਲ ਖੜੀ ਹੈ। ਨਾਲ ਹੀ ਲਿਖਿਆ ਹੈ ਕਿ ਸਾਨੂੰ ਲੋਕਾਂ ਨੂੰ ਜ਼ਰੂਰੀ ਸੁਰੱਖਿਆ ਤੇ ਸਹਾਇਤਾ ਪ੍ਰਦਾਨ ਕਰਨ ਲਈ ਕਾਰਜ ਕਰਨੇ ਰੱਖਣਗੇ। ਨਾਈਜੀਰੀਆ ਦੇ ਇੱਕ ਪਿੰਡ ਤੋਂ ਵੱਡੇ ਕਤਲੇਆਮ ਦੀਆਂ ਖਬਰਾਂ ਆ ਰਹੀਆਂ ਨੇ, ਜਿਨ੍ਹਾਂ ਵਿੱਚ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਥਾਨਕ ਮੀਡੀਆ ਮੁਤਾਬਕ ਉੱਤਰ ਪੱਛਮੀ ਨਾਈਜੀਰੀਆ ਰਾਜ ਜ਼ਮਫਾਰਾ ਦੇ ਪਿੰਡਾਂ ਵਿੱਚ ਕੁਝ ਹਥਿਆਰਬੰਦ ਡਕੈਤਾਂ ਨੇ ਲੋਕਾਂ ਤੇ ਤਾਬੜਤੋੜ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਅਨੁਮਾਨਿਤ 200 ਜਾਂ ਜ਼ਿਆਦਾ ਲੋਕ ਮਾਰੇ ਗਏ। ਖਬਰਾਂ ਦੀ ਮੰਨੀਏ ਤਾਂ ਹਮਲਾਵਰਾਂ ਨੇ ਸੋਮਵਾਰ ਨੂੰ ਆਪਣੇ ਟਿਕਾਣਿਆਂ ਤੇ ਸੈਨਿਕ ਹਵਾਈ ਹਮਲਿਆਂ ਦਾ ਬਦਲਾ ਲਿਆ। ਕਤਲੇਆਮ ਵਿੱਚ ਮਾਰੇ ਗਏ ਲੋਕਾਂ ਨੂੰ ਦਫਨਾਉਣ ਵਿੱਚ ਸੈਨਾ ਦੇ ਸਮੂਹਿਕ ਤੌਰ ਤੇ ਲੋਕਾਂ ਦੀ ਮਦਦ ਕੀਤੀ ਹੈ। ਹਾਲਾਂਕਿ ਰਾਜ ਸਰਕਾਰ ਦਾ ਕਹਿਣਾ ਹੈ ਕਿ ਹਮਲੇ ਵਿੱਚ 58 ਲੋਕਾਂ ਦੀ ਮੌਤ ਹੋਈ ਹੈ। ਹਮਲੇ ਦੌਰਾਨ ਆਪਣੀ ਪਤਨੀ ਅਤੇ 3 ਬੱਚਿਆਂ ਨੂੰ ਖੋਹਣ ਵਾਲੇ ਇੱਕ ਵਾਸੀ ਨੇ ਕਿਹਾ ਕਿ ਮਾਰੇ ਗਏ ਲਗਭਗ 154 ਲੋਕਾਂ ਨੂੰ ਦਫਨਾਇਆ ਗਿਆ ਹੈ। ਨਿਵਾਸੀਆਂ ਨੇ ਕਿਹਾ ਕਿ ਕੁੱਲ ਮਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟ 200 ਸੀ। ਦੱਸਦੀ ਹੈ ਕਿ ਸੋਮਵਾਰ ਨੂੰ ਨਾਈਜੀਰੀਆ ਸੈਨਾ ਨੇ ਜ਼ਮਫਰਾ ਰਾਜ ਦੇ ਗੁਸਾਮੀ ਅਤੇ ਪੱਛਮੀ ਤਸਮਰੇ ਪਿੰਡ ਵਿੱਚ ਡਕੈਤਾਂ ਦੇ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ, ਜਿਸ ਵਿੱਚ ਉਹਨਾਂ ਦੇ 2 ਮੁੱਖ ਲੀਡਰਾਂ ਸਣੇ 100 ਤੋਂ ਜ਼ਿਆਦਾ ਡਕੈਤਾਂ ਦੀ ਮੌਤ ਹੋ ਗਈ। ਇਹਨਾਂ ਪਿੰਡਾਂ ਤੇ ਹੋਏ ਹਮਲਿਆਂ ਨਾਲ ਡਕੈਤਾਂ ਨੇ ਆਪਣਾ ਬਦਲਾ ਲਿਆ ਹੈ। ਪੰਜਾਬ ਸਣੇ ਭਾਰਤ ਦੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ। ਇਸ ਵਿਚਾਲੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਤੇ ਤਿੱਖੇ ਸ਼ਬਦ ਵਾਰ ਵੀ ਚੱਲ ਰਹੇ ਨੇ। ਇਸੇ ਤਰ੍ਹਾਂ ਹੁਣ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਟਿਕਟਾਂ ਵੇਚ ਕੇ ਅਪਰਾਧੀਆਂ ਨੂੰ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ। ਰਾਜੇਵਾਲ ਦੀ ਇਹੋ ਜਿਹੀ ਬਿਆਨਬਾਜ਼ੀ ਤੋਂ ਸਾਫ਼ ਝਲਕ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਗੱਠਜੋੜ ਹੋਣ ਦੀ ਕੋਈ ਸੰਭਾਵਨਾ ਨਹੀਂ। ਸੰਯੁਕਤ ਸਮਾਜ ਮੋਰਚਾ ਹੁਣ ਇਕੱਲੇ ਤੌਰ ਤੇ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਚੁੱਕਾ ਹੈ। ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਬਲਵੀਰ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਜਲਦੀ ਹੀ ਪੰਜਾਬ ਦੀਆਂ 117 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਜਾ ਰਿਹਾ। ਉਹਨਾਂ ਨੇ ਕਿਹਾ ਕਿ ਮੋਰਚੇ ਵੱਲੋਂ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਜਾਏਗੀ ਅਤੇ ਚੋਣ ਕਮਿਸ਼ਨ ਨੂੰ 117 ਸੀਟਾਂ ਤੇ ਉਮੀਦਵਾਰਾਂ ਨੂੰ ਇੱਕੋ ਚੋਣ ਨਿਸ਼ਾਨ ਜਾਰੀ ਕਰਨ ਲਈ ਕਿਹਾ ਜਾਏਗਾ। ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਯੂਨਾਈਟਿਡ ਸੋਸ਼ਲ ਫਰੰਟ ਅਤੇ ਰਵਾਇਤੀ ਪਾਰਟੀਆਂ ਵਿਚਾਲੇ ਟੱਕਰ ਹੋਏਗੀ, ਜਿਸ ਵਿੱਚ ਲੋਕ ਮੋਰਚੇ ਦਾ ਸਮਰਥਨ ਕਰਨਗੇ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਆਗੂਆਂ ਤੇ ਆਪ ਵਿਚਾਲੇ ਗੱਠਜੋੜ ਦੀ ਚਰਚਾ ਸੀ, ਜਿਸ ਨੂੰ ਲੈ ਕੇ ਬਲਵੀਰ ਰਾਜੇਵਾਲ ਨੇ ਦਾਅਵਾ ਕਰਦਿਆਂ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲੇ ਜਾ ਸਕਦੇ ਨੇ। ਰਾਜੇਵਾਲ ਨੇ ਕਿਹਾ ਕਿ ਆਪ ਵਾਲੇ ਕਹਿ ਰਹੇ ਨੇ ਕਿ ਤੁਸੀਂ ਸਾਡੇ ਨਾਲ ਆਓ, ਅਸੀਂ ਉਮੀਦਵਾਰ ਬਦਲਾਂਗੇ। ਹਾਲਾਂਕਿ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਚੋਣ ਨਿਸ਼ਾਨ ਨੂੰ ਦੱਸਿਆ ਗਿਆ। ਖੈਰ, ਕਾਰਨ ਜੋ ਵੀ ਰਿਹਾ ਹੋਵੇ, ਪਰ ਰਾਜੇਵਾਲ ਦਾ ਤਾਜ਼ਾ ਬਿਆਨ ਇਸ਼ਾਰਾ ਕਰ ਰਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਨੇੜ ਭਵਿੱਖ ਦਾ ਕੋਈ ਸੰਭਾਵਨਾ ਹੀ ਨਹੀਂ ਉੱਠਦੀ। ਪੰਜਾਬ ਵਿੱਚ ਕੋਰੋਨਾ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ। ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ। ਆਏ ਦਿਨ ਕਈ ਨੇਤਾ ਤੇ ਅਧਿਕਾਰੀ ਕੋਰੋਨਾ ਦੇ ਸੰਪਰਕ ਵਿੱਚ ਆ ਰਹੇ ਨੇ। ਇਸੇ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਐਸ ਕਰੁਣਾ ਰਾਜੂ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਉਹਨਾਂ ਨੇ ਆਪਣੇ ਆਪ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਹੈ ਤੇ ਉਹ ਕੋਵਿਡ ਪ੍ਰੋਟੋਕਾਲ ਮੁਤਾਬਕ ਸਾਰੀਆਂ ਸਾਵਧਾਨੀਆਂ ਵਰਤ ਰਹੇ ਨੇ। ਉਹਨਾਂ ਨੇ ਪਿਛਲੇ ਕੁਝ ਦਿਨਾਂ 'ਚ ਸੰਪਰਕ 'ਚ ਆਏ ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਤੇ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ। ਅਕਾਲੀ ਦਲ ਬਸਪਾ ਗੱਠਜੋੜ ਤੇ ਆਮ ਆਦਮੀ ਪਾਰਟੀ ਨੇ ਲਗਭਗ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਤੇ ਉਲਟ ਸੱਤਾਧਾਰੀ ਕਾਂਗਰਸ ਨੂੰ ਹਾਲੇ ਟਿਕਟਾਂ ਦੀ ਵੰਡ ਨੂੰ ਲੈ ਕੇ ਡਰ ਸਤਾ ਰਿਹਾ। ਕਾਂਗਰਸ ਨੂੰ ਡਰ ਹੈ ਕਿ ਜਿਨ੍ਹਾਂ ਦੀ ਟਿਕਟ ਕੱਟ ਦਿੱਤੀ ਜਾਏਗੀ ਜਾਂ ਦਾਅਵੇਦਾਰੀ ਪੱਖੋਂ ਦੂਜੇ ਨੰਬਰ ਤੇ ਰਹਿਣ ਵਾਲੇ ਨੇਤਾ ਕਿਤੇ ਟੁੱਟ ਕੇ ਭਾਜਪਾ ਤੇ ਲੋਕ ਕਾਂਗਰਸ ਵਿੱਚ ਨਾ ਚਲੇ ਜਾਣ। ਇੱਕ ਪਾਸੇ ਜਿੱਥੇ ਕਾਂਗਰਸ ਟਿਕਟ ਵੰਡਣ ਨੂੰ ਲੈ ਕੇ ਅੰਤਮ ਫੈਸਲਾ ਨਹੀਂ ਲੈ ਸਕੀ, ਉੱਥੇ ਦੂਜੇ ਪਾਸੇ ਭਾਜਪਾ ਤੇ ਗੱਠਜੋੜ ਵਾਲੀਆਂ ਪਾਰਟੀਆਂ ਵੀ ਸਾਰੇ ਉਮੀਦਵਾਰਾਂ ਬਾਰੇ ਫੈਸਲਾ ਨਹੀਂ ਕਰ ਸਕੀਆਂ। ਭਾਜਪਾ ਗੱਠਜੋੜ ਅਸਲ ਵਿੱਚ ਕਾਂਗਰਸ ਲਈ ਸਿਰਦਰਦ ਬਣਿਆ ਹੋਇਆ ਹੈ, ਕਿਉਂਕਿ ਕਾਂਗਰਸ ਤੋਂ ਟੁੱਟ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਗਠਿਤ ਕੀਤੀ ਹੈ। ਇਹੀ ਕਾਰਨ ਹੈ ਕਿ ਟਿਕਟਾਂ ਵੰਡਣ ਦੇ ਪਹਿਲੇ ਗੇੜ ਵਿੱਚ ਉਹਨਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਹੈ ਜਿੱਥੇ ਸਿਟਿੰਗ ਵਿਧਾਇਕ ਅੱਗੇ ਕੋਈ ਚੁਣੌਤੀ ਨਹੀਂ।
ਉੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਟਿਕਟਾਂ ਵਿੱਚ ਦੇਰ ਕਰਨ ਸੰਬੰਧੀ ਪਾਰਟੀ ਦਾ ਬਚਾਅ ਕੀਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਪਾਰਟੀ ਨੀਤੀਗਤ ਰੂਪ ਨਾਲ ਹਮੇਸ਼ਾ ਦੇਰ ਨਾਲ ਟਿਕਟਾਂ ਵੰਡਦੀ ਹੈ। ਦੂਜੇ ਪਾਸੇ ਟਿਕਟ ਵੰਡ ਪੱਖੋਂ ਭਾਜਪਾ ਦੇ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦਾ ਵੀ ਇਹੀ ਹਾਲ ਹੈ। ਭਾਜਪਾ ਲਗਭਗ 2.5 ਦਹਾਕੇ ਮਗਰੋਂ ਪੰਜਾਬ ਵਿੱਚ ਕਾਫੀ ਸੀਟਾਂ ਤੇ ਚੋਣ ਲੜੇਗੀ। ਭਾਜਪਾ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਤੋਂ ਦਾਅਵਾ ਕਰ ਚੁੱਕੇ ਨੇ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਉਹਨਾਂ ਨਾਲ ਜੁੜਨਗੇ। ਕਾਂਗਰਸ ਦੇ 3 ਵਿਧਾਇਕਾਂ ਦੀ ਪਹਿਲਾਂ ਤੋਂ ਭਾਜਪਾ ਵਿੱਚ ਸ਼ਮੂਲੀਅਤ ਕਰਵਾ ਦਿੱਤੀ ਹੋਈ ਹੈ। ਹਾਲਾਂਕਿ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਾਪਸ ਕਾਂਗਰਸ ਵਿੱਚ ਚਲੇ ਗਏ ਸਨ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਲਗਭਗ 1.5 ਦਰਜਨ ਵਿਧਾਇਕਾਂ ਦੀ ਰਿਪੋਰਟ ਚੰਗੀ ਨਹੀਂ ਆਈ ਹੈ। ਪਾਰਟੀ ਵਿੱਚ ਇਹਨਾਂ ਦੀ ਟਿਕਟ ਤਾਂ ਕੱਟਣੀ ਚਾਹੁੰਦੀ ਹੈ, ਪਰ ਡਰ ਵੀ ਲੱਗਦਾ ਹੈ ਕਿ ਕਿਤੇ ਕੈਪਟਨ ਦੀ ਪਾਰਟੀ ਜਾਂ ਭਾਜਪਾ ਵਿੱਚ ਨਾ ਚਲੇ ਜਾਣ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।